ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਵਤਨ ਸਿੰਘ ਜੀ ਹੁਣਾਂ ਨੇ ਆਪਣਾ ਸਮੁੱਚਾ ਜੀਵਨ ਪਰਮਾਤਮਾ ਦੇ ਲੜ ਲਾ ਕੇ ਬਸਰ ਕੀਤਾ। ਆਪ ਜੀ ਬਹੁਤ ਹੀ ਨੇਕ ਖਿਆਲਾਂ ਦੇ ਅਤੇ ਸੰਸਕਾਰੀ ਇਨਸਾਨ ਸਨ। ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਰੋਜ਼ਾਨਾ ਗੁਰੂ ਘਰ ਜਾਣਾ, ਨਿਤਨੇਮ ਕਰਨਾ ਆਪ ਜੀ ਦੀ ਦਿਨਚਰਿਆ ਸੀ। ਸਰਦਾਰ ਵਤਨ ਸਿੰਘ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚ ਲੈਂਦੇ ਸਨ। ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ। ਸਰਦਾਰ ਵਤਨ ਸਿੰਘ ਜੀ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਨੈਣੋਕੋਟ ਗੁਰਦਾਸਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ।
सारे अपना जीवन को करना बच्चे आवासान होती सारे असल संबंध है सादा संबंध है सलासन होना वो सब विश्वास को है ਅਸੀਂ ਭੋਗਦੇ ਹਨ ਕਿ ਮਹਾਰਾਜ ਆਗਮਨ ਦੇ ਤਲਤੀ ਦੇ ਸੰਗ ਹਨ ਕਿਵੇਂ ਮਹਾਰਾਜ ਕਹੇ तो जीव आए कभी है जो संसार से जीव पैदा होता है माता पिता को निशान तो जगह जो श्वास हो तो बोलते हैं महाराज को धन को किसी चला जाता है पर कभी भी अपने नाम का नाम
मान एहो कंसा जिन्यसा हर नाम न खेत्यो से काहे जब आए राम राजे एहो मानस जन्म तो कंब है नाम बिना व्यथा सब जाए कौन बच्चा हर नाम न बीते आगे भूखा क्या खाए मन मुखानो फिर जन्म है नानक भर पाए जिस पत्थर पर
ਸਾਡੇ ਵੱਡੇ ਭਾਜੀ ਸਰਦਾਰ ਪਤਨ ਸਿੰਘ ਜੀ ਆਪਣੀ ਉਮਰ ਭੋਗ ਕੇ ਚਲੇ ਗਏ ਹਨ। ਸਾਡੀ ਵੀ ਸਾਰਿਆਂ ਦੀ ਵਾਰੀ ਆਉਣੀ ਹੈ। ਪਿਆਰੀ ਸਾਧ ਸੰਗਤ ਜੀ, ਇਸ ਸਮੇਂ ਨੂੰ ਹਰ ਬੰਦੇ ਨੂੰ ਯਾਦ ਰੱਖਣਾ ਚਾਹੀਦਾ। ਇਸ ਸਮੇਂ ਵਾਸਤੇ ਕੁਝ ਨਾ ਕੁਝ ਬਣਾ ਲੈਣਾ ਚਾਹੀਦਾ। ਅਸੀਂ ਸਾਡੇ ਸਾਰਿਆਂ ਨੂੰ ਵਿਆਹ ਹੁੰਦੇ ਹਨ, ਬੱਚੇ ਹੁੰਦੇ ਹਨ, ਉਹਨਾਂ ਦੀ ਪੜ੍ਹਾਈ ਦਾ ਫਿਕਰ ਹੁੰਦਾ, ਉਹਨਾਂ ਦੇ ਵਿਆਹਾਂ ਦਾ ਫਿਕਰ ਹੁੰਦਾ। ਪਿਆਰੀ ਸਾਧ ਸੰਗਤ ਸਾਨੂੰ ਇਹ ਵੀ ਫਿਕਰ ਹੋਣਾ ਚਾਹੀਦਾ ਕਿ ਅਸੀਂ ਮਰਨਾ। ਉਸ ਸਮੇਂ ਵਾਸਤੇ ਕੁਝ ਕਮਾਈ ਕਰ, ਕਾਹਦੀ ਕਮਾਈ? ਨਾਮ ਦੀ। ਹੋਰ ਕੁਝ ਵੀ ਨਾਲ ਨਹੀਂ ਜਾਣਾ। ਸਾਨੂੰ ਸਖਾ ਸਭ ਤਜ ਗਏ, ਕੌਣ ਨਿਭੇ ਸਾਥ, ਕੋਈ ਵੀ ਨਾਲ ਸਾਡੇ ਸਾਥ ਨਹੀਂ ਨਿਭਣਾ। ਜੈ ਮਾਂ ਪਿਤਾ ਸਭ ਪ੍ਰੀਤ ਨਾ ਭਾਈ, ਮਨ ਤੂੰਹਾ ਨਾਮ ਤੇਰਾ ਸੰਗ ਸਹਾਈ। ਇਸ ਲਈ ਪਿਆਰੀ ਸਾਧ ਸੰਗਤ ਜੀ, ਸਾਨੂੰ ਸਾਰਿਆਂ ਨੂੰ ਇਹ ਸਮਾਂ ਯਾਦ ਰੱਖਣਾ ਚਾਹੀਦਾ। ਇਸ ਸਮੇਂ ਵਾਸਤੇ ਕੁਝ ਨਾ ਕੁਝ ਨਾਮ ਦੀ ਕਮਾਈ, ਗੁਰਬਾਣੀ ਦੀ ਕਮਾਈ, ਰਹਿਤ ਦੀ ਕਮਾਈ, ਚੰਗੇ ਕਰਮਾਂ ਦੀ ਕਮਾਈ ਕਰਨੀ ਚਾਹੀਦੀ ਹੈ। ਸਾਡੇ ਅਖੀਰ ਦੇ ਸਮੇਂ ਕੰਮ ਆਉਣੀ। ਸਾਡੇ ਉੱਤੇ ਨੂੰ ਦਿਉਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵਕਤ ਅਸਨੀ ਵੰਨ। ਪਰਮ ਸਨਮਾਨਯੋਗ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਗੁਰ ਬੈਠੇ ਸਤ ਸੰਗੀ ਜਨੋ, ਸਭ ਬਹੁਤ ਹੀ ਸਤਿਕਾਰਯੋਗ ਬਾਬਾ ਬਤਨ ਸਿੰਘ ਜੀ, ਜੋ ਸਦਾਨੂੰ ਸਦੀਵ ਕਾਲ ਵਾਸਤੇ ਵਿਛੋੜਾ ਦੇ ਗਏ ਨੇ, ਉਹਨਾਂ ਦੀ ਯਾਦ ਅੰਦਰ ਆਪਾਂ ਸਾਰੇ ਇੱਕ ਬੈਠੇ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਹੋਈ ਪਤੀ ਨਾਲ ਸਾਂਝ ਕਰੀਏ। ਕੋਈ ਵੀ ਰਸਨਾ ਵਾਦੀ ਨਾ ਰਹੇ, ਬਖਸ਼ੀ ਬਲਾਇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਕੀਰਤਨ ਦੁਆਰਾ ਉਚਾਰਨ ਕੀਤੇ ਹੋਏ ਸਾਵਣ ਬਚਨ ਆਪਾਂ ਨੂੰ ਸਰਵਣ ਕੀਤੇ ਗਏ। ਇਸ ਪਾਵਨ ਸਵਈਏ ਦੇ ਰਾਹੀਂ ਧਰਤੀ ਮਨੁੱਖ ਦੇ ਜੀਵਨ ਦੀ ਅਸਲੀਅਤ ਨੂੰ ਬਿਆਨ ਕਰਦੇ ਨੇ ਕਿ ਦੇਖੋ ਮਾਲਕ ਨੇ ਜੋ ਜੀਵਨ ਬਖਸ਼ਿਆ ਸੀ, ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਨ ਦੇਵਰੀਆ, ਕੋਟਤ ਬਦਨ ਦੀ ਇਹ ਤੇਰੀ ਬਰੀਆ, ਅਗਰ ਕਾਜ ਸਿਰ ਕਿਤਰ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਗਾਮ ਲਾਭ ਭਗਵਨ ਕਰਨ ਕੈ, ਜਨਮ ਮਿਰਤਾ ਜਾਤ ਰੰਗ ਮਾਇਆ ਕੈ। ਜਿਹੜੇ ਸੰਸਾਰ ਦੇ ਰੰਗ ਨੇ ਉਹਨਾਂ ਵਿੱਚ ਜੁੜਨ ਕਰਕੇ ਸਿਰ ਪਿੰਡ ਦੇ ਜੀਵਨ ਵਿਅਰਥ ਜਾ ਰਿਹਾ ਤੇ ਜਿਸ ਕਾਰਨ ਵਾਸਤੇ ਆਏ ਸੀ, ਜਪ ਤਪ ਸੰਜਮ ਧਰਮ ਨਾ ਕਮਾਇਆ। ਨਾ ਬੰਦੇ ਕੋਈ ਜਪ, ਨਾ ਇਹਦੇ ਕੋਈ ਤਪ, ਨਾ ਵਿਕਾਰਾਂ ਵੱਲੋਂ ਸੰਜਮ ਰੱਖ ਸਕਿਆ। ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਪਰ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕਿਰਪਾ, ਸਤਿਗੁਰੂ ਕਹਿੰਦੇ ਬੇਸ਼ੱਕ ਤੇਰਾ ਜੀਵਨ ਅਵਗੁਣਾਂ ਨਾਲ ਭਰਿਆ ਪਿਆ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਆਪਾਂ ਸਾਰੇ ਹੀ ਅਵਗੁਣਾਂ ਦੀ ਮੂਰਤ ਹੈ। ਸਿਰ ਕਹਿੰਦੇ ਬੰਦਾ ਕੀ ਇਕੱਠਾ ਕਰ ਰਿਹਾ ਹੈ, ਅਵਗੁਣਾਂ ਕੀ ਬੰਦੇ ਕੱਠੜੀ, ਗੁਣ ਨਾ ਵਿਭਾਜੈ ਕੋਈ। ਅਵਗੁਣਾਂ ਦੀਆਂ ਪੰਡਾ ਭਰੀਆਂ ਪਈਆਂ ਨੇ। 100 ਗੁਲਾਮੀ ਦਿਨੇ ਕੇ ਰਾਤੀ ਮਿਲਣ ਸਰਹੰਸ, 100 ਪਾਪ ਦਿਨ ਦੇ ਚਾਨਣ ਵਿੱਚ, ਹਜ਼ਾਰਾਂ ਪਾਪ ਰਾਤ ਦੇ ਹਨੇਰੇ ਵਿੱਚ। 100 ਗੁਲਾਮੀ ਦਿਨੇ ਕੇ ਰਾਤੀ ਮਿਲਣ ਸਰਹੰਸ, ਸਿਮਤ ਸਲਾਹ ਛੱਡ ਕੇ ਤਰੰਗੀ ਲੱਗਾ ਹੰਸ। ਪਿੱਤ ਅਵੇਹਾ ਜੀਵਿਆ ਜਿਤ ਖਾਈ ਵਧਾਇਆ ਪੇਟ, ਨਾਨਕ ਸੱਚੇ ਨਾਮ ਗੁਣ ਸਭੇ ਦੁਸ਼ਮਣ ਹੀ ਹੁੰਦਾ। ਪਰ ਸਤਿਗੁਰੂ ਕਹਿੰਦੇ ਬੇਸ਼ੱਕ ਤੇਰਾ ਜੀਵਨ ਅਵਗੁਣਾਂ ਨਾਲ ਭਰਿਆ ਪਿਆ ਹੈ। ਜੀਵਨ ਦੇ ਅੰਦਰ ਕਈ ਤਰ੍ਹਾਂ ਦੇ ਵਿਕਾਰ ਚੁੱਕੀ ਬੈਠਾ ਹੈ, ਪਰ ਰੋਜ਼ ਗੁਰਦੁਆਰੇ ਆਣ ਕੇ ਗੁਰੂ ਦੇ ਚਰਨਾਂ ਵਿੱਚ ਤਰਲਾ ਲਿਆ ਕਰ ਕਿ ਸਤਿਗੁਰੂ ਇਹ ਮੇਰੇ ਅੰਦਰ ਦੀ ਹਾਲਤ ਹੈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਏਗੀ ਰਾਤੋ ਸ਼ਰਮਾ। ਮਾਲਕਾ ਭਾਵੇਂ ਮੈਂ ਅਵਗੁਣਾਂ ਨਾਲ ਭਰਿਆ ਪਿਆ, ਬੇਸ਼ੱਕ ਅਵਗੁਣ ਇੰਨੇ ਨੇ ਜੀਵਨ ਦੇ ਅੰਦਰ,
जेता समुंद सागर नीर भरिया तेते अवगुण हमारे दया करो कश्मीर उपारू डुबदे पाथर तारे जीड़ा अगन बराबर करते भीतर वजो काटे प्रणवत नानक हुक्म पछाणे सुख होवे दिन राती। पट पीर जी कहने लगे गुरु के चरणों में अरदास करी कि हम अवगुण भरे एक गुण नाही अमृत छाड़ दिखे दिख खाही। जीवन के मिलया सी अमृत वास्ते पर बंदे ने सारा जीवन की इकत्र किया केवल जहर इकट्ठा करता रहा। पानी ने सानू बार बार समझाया कि साडे अंदर जो मन की हालत है बुरे काम को उलट खलोया नाम की बेला पैपै सोया अवसर अपना बुझे ना आना माया को रंग लपटाना। संसार के तमाशियां में इन्ना ज़्यादा खचत हो गया कि जीवन का असली मकसद ही भुल गया। जीवन तो मिलया सी गुणां नूं इकट्ठा करने वास्ते पर बंदे की हालत की है। एक माँ ने जो अपने पुत्र को देखिया ना तो पुत्र कई तरह की ऐब करता है, कई तरह के माड़े कर्म पाँदा है। एक दिन माँ ने कोल बुलाया बड़े प्यार नाल समझाया कहने लगी पुत्र वे अवगुण ना करिया कर माड़े काम ना करिया कर क्योंकि बाणी ने कहा फरीदा दे तू अकल लतीफ ताली लिख ना लेख। है मनुख जो अपने वास में ज्ञानवान समझना है अकल वाला मनना है तो जीवन में माड़े लेख ना लिखी माड़े काम ना करी। फरीदा जे तू अकल लतीफ काले लिख ना लेख अपने गुरुबान में सिर नीवा कर देख। रोज अपने अंदर देखिया कर गुरु साहब ने साडे ते बख्शिश की कि सिख नूं नितनेम की दात बख्शी। वो दात उसे करके बख्शे कि सिक्खा जब सवेरे शाम बाणी पढ़े अपनी अंतर आत्म में झात मारिया कर किन्नियां तू अवगुणा दी गंढा बनी बैठा है। अब मां ने समझाया पर देखो जो बंदा जवानी में होंदा ना तो किसी भी सियानी गल सुनने वास्ते तैयार नहीं होंदा। जब बंदा हड़बे में होंदा है जवानी में होंदा है हुण मां की कीती हुई गल नूं मन्निया ना पर कुछ साल बीत गए। मां ने एक सलाह दी कहने लगी पुत्र अज तो बाद मैं तेनों अवगुण करने को नहीं रोकदी जिन्ने मर्जी मारे काम कर जी सकते पर एक काम करया कर जब शाम को घर आउणा ना जिन्ने मारे काम किए होंदे ने उन्हें केंद्र कंध में ठोक लिया कर। हुण घर की कच्ची कंध सी कहने लगा बाहर इन्ना कोई काम तो मैं कर सकदा। हुण जदों भी शाम को घर पहुंचना चेते करने वाले जीवन में किन्ने कोई पाप कमाए ने उन्हें एक कंध में ठोक देने। कुछ सालों के अंदर अंदर वो सारी कंध ही फुल्लां नाल भरती कोई भी थां बाकी ना बचिया। मन अंदर विचार आई मनाया इन्ने पाप किए इन्ने अवगुण किए। मां को गया कहने लगा मां हुण मैं गुण कमाना चाहना अपने अवगुण बख्शाने चाहना। तो मां कहने लगी फिर एक काम कर अज तो बाद चंगे काम करने शुरू कर दे। बाणी तो सानू मुद्दा प्रति प्रेरती है तै ना रुपया कुरान सुन कीना अन्न भावनी भगत न उपजी भूखे दान न दीना काम न विसरियो क्रोध न विसरियो लोभ न छुटो देवा पर निंदा मुक्ते नी छूटे निफल भई सब सेवा। अज मां कहने लगी एक काम कर जिन्ने चंगे काम करेगा उन्हें किल कंध विचों पुट लिया कर। हुण कई साल लग गए चंगे काम करदे किल सारे पुटे गए। फिर मां को गया कहने लगा मां किल कट्टे सन वापस पुट लिए पर कंध तो दाल बाकी रह गए। मां कहने लगी दाल गुरु की बख्शिश नाल पुट सकते हैं। आपां नूं गुरु के चरणों में अरदास करिया करिए कि मालिका कृपा कर साडे भी अवगुणा नूं बख्श लो। भगत साहब अरदास करदे ने हम अवगुण भरे एक गुण नाही अमृत छाड़ दिखे दिख ताही माया मोह धर्म तै भूले सुत दारा सुप्रीत लगाई। सतगुरु कहते जी सदके ये साडी सारियां दी जिम्मेवारी है कि अपने धियां पुत्रां की संभाल करनी परिवार की देखभाल करनी उस परिवार दीयां लोड़ां पूरीआं करनियां
ਇਹ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ। ਪਰ ਸਤਿਗੁਰੂ ਨੇ ਨਾਲ ਹੀ ਸਾਨੂੰ ਸੁਚੇਤ ਕੀਤਾ ਕਿ ਦੇਖੀ ਧੀਆਂ ਪੁੱਤਰਾਂ ਦੀ ਖਾਤਰ ਠੱਗੀਆਂ ਨਾ ਮਾਰਦਾ ਕੋਈ। ਧੀਆਂ ਪੁੱਤਰਾਂ ਦੀ ਖਾਤਰ ਲੋਕਾਂ ਦਾ ਹੱਕ ਮਾਰ ਕੇ ਆਪਣਾ ਘਰ ਨਾ ਭਰਦਾ ਕੋਈ, ਕਿਉਂਕਿ ਅੰਤ ਵੇਲੇ ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸੋ ਹੀ ਸਭ ਲਾਗੇ ਕਿਆ ਡਾਰਾ ਕਿਆ ਮੀਤ। ਸਮਾਜ ਦੇ ਜਿੰਨੇ ਵੀ ਰਿਸ਼ਤੇ ਨੇ ਆਪਣੇ ਸੁੱਖਾਂ ਦੀ ਖਾਤਰ ਜੁੜੇ ਹੋਏ ਨੇ। ਮੁੰਬਈ ਦੀ ਇੱਕ ਘਟਨਾ ਹੈ, ਇੱਕ ਮਾਂ ਜਿਹਦੇ ਕੋਲ 3 ਫਲੈਟ ਨੇ, 7 ਨੰਬਰ 8 ਨੰਬਰ ਤੇ 9 ਨੰਬਰ। ਇੱਕ ਪੁੱਤ ਜਿਹੜਾ ਅਮਰੀਕਾ ਵਿੱਚ ਰਹਿੰਦਾ, ਤੇ ਜਦੋਂ ਵੀ ਪੁੱਤ ਦਾ ਫੋਨ ਆਉਂਦਾ ਮਾਂ ਇੱਕੋ ਗੱਲ ਕਹਿੰਦੀ ਕਿ ਪੁੱਤ ਮੈਨੂੰ ਵੀ ਆਪਣੇ ਕੋਲ ਅਮਰੀਕਾ ਬੁਲਾ ਲਾ। ਪਰ ਪੁੱਤ ਕੀ ਕਹਿੰਦਾ, ਮਾਂ ਆ ਪਹਿਲਾਂ ਜਿਹੜੇ 3 ਫਲੈਟ ਨੇ ਉਹ ਵੇਚ ਕੇ ਪੈਸਾ ਮੈਨੂੰ ਭੇਜ ਦਿਓ, ਉਹਦੇ ਤੋਂ ਬਾਅਦ ਮੈਂ ਤੈਨੂੰ ਬੁਲਾ ਲਵਾਂਗਾ। ਪਰ ਮਾਂ ਜਾਣਦੀ ਕਿ ਜੇ ਪੁੱਤ ਨੇ ਨਾ ਬੁਲਾਇਆ ਮੈਂ ਤੇ ਸੜਕ ਤੇ ਆ ਜਾਵਾਂਗੀ। ਕਹਿੰਦੇ ਵੀ ਪੁੱਤ ਤੇ 3 ਫਲੈਟ ਬਾਹਰ ਵਿੱਚ ਵੇਚ ਲਵੀਂ, ਪਹਿਲਾਂ ਮੈਨੂੰ ਅਮਰੀਕਾ ਬੁਲਾ ਲਾ। ਜਦੋਂ ਮੈਂ ਤੇਰੇ ਕੋਲ ਪਹੁੰਚ ਜਾਵਾਂਗੀ ਜੀ ਸਦਕੇ ਵੇਖ ਲਵੀਂ। ਪਰ ਹੌਲੀ ਹੌਲੀ ਪੁੱਤ ਨੇ ਮਾਂ ਨੂੰ ਫੋਨ ਕਰਨਾ ਵੀ ਬੰਦ ਕਰਤਾ। 6 ਅਗਸਤ 2018 ਨੂੰ ਉਹ ਨੌਜਵਾਨ ਮੁੰਡਈ ਆਪਣੇ ਘਰ ਆਇਆ। ਆਣ ਕੇ ਘਰ ਦੀ ਬੈਲ ਖੜਕਾਈ, ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਾ ਮਿਲਿਆ। ਹਾਰ ਕੇ ਪੁਲਿਸ ਵਾਲਿਆਂ ਨੂੰ ਬੁਲਾਇਆ, ਮੀਡੀਆ ਵਾਲੇ ਆਏ। ਜਦੋਂ ਪੁਲਿਸ ਵਾਲਿਆਂ ਦੀ ਹਾਜ਼ਰੀ ਵਿੱਚ ਦਰਵਾਜ਼ਾ ਤੋੜ ਕੇ ਅੰਦਰ ਗਏ ਤੇ ਸਾਰੇ ਹੈਰਾਨ ਸਨ ਕਿ ਮਾਂ ਨੂੰ ਮਰੀ ਨੂੰ 6 ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ। ਉਹਦਾ ਸਾਰਾ ਸਰੀਰ ਕੀੜੀਆਂ ਖਾ ਲਿਆ, ਕੇਵਲ ਹੱਡੀਆਂ ਦਾ ਢਾਂਚਾ ਬਾਕੀ ਬਚਿਆ। ਉਹਨੂੰ ਪੁੱਛਿਆ ਗਿਆ ਕਿੰਨਾ ਸਮਾਂ ਹੋ ਗਿਆ ਮਾਂ ਨਾਲ ਗੱਲ ਕੀਤਿਆਂ। ਕਹਿਣ ਲੱਗਾ ਜੀ 8 ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ। ਤੇ ਗੁਰਬਾਣੀ ਨੇ ਸਾਨੂੰ ਬਾਰ-ਬਾਰ ਚੇਤਾ ਕਰਾਇਆ ਕਿ ਭਾਈ ਇੱਥੇ ਸਦੀਵ ਕਾਲ ਵਾਸਤੇ ਕੋਈ ਤੇਰਾ ਨਹੀਂ। ਰੋਜ਼ ਆਨੰਦ ਸਿੰਘ ਦੀ ਬਾਣੀ ਵਿੱਚ ਪੜ੍ਹਦੇ ਹਾਂ ਕਿ ਇਹ ਕਿਤਾਬ ਚੁੰਦੀ ਦੇਖਦਾ ਚੱਲਦਾ ਨਾਹੀਂ ਤੇਰਾ ਲਾਗੇ, ਅੰਤ ਵੇਲੇ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਸੁਖ ਮੈਂ ਬਹੁਤ ਆਨੰਦ ਬੈਠਤ ਰਹਿਤ ਚਾਹੂੰ ਦਿਸ ਘੇਰ, ਦੁੱਖ ਪਰੇ ਸਭ ਹੀ ਸੰਗ ਸ਼ਾਦਤ ਕੋ ਨਾ ਪਾਵਤ ਮੇਰਾ। ਅੰਤ ਵੇਲੇ ਕਿਸੇ ਨੇ ਵੀ ਤੇਰਾ ਸਹਾਈ ਨਹੀਂ ਬਣਨਾ। ਪਰ ਭੱਟ ਸਾਹਿਬਾਨ ਕਹਿਣ ਲੱਗੇ ਇਸ ਗੱਲ ਦਾ ਚੇਤਾ ਰੱਖਿਆ ਕਰ। ਪਰ ਬੰਦਾ ਕੀ ਕਰਦਾ ਹੈ, ਇਹਨਾਂ ਧੀਆਂ ਪੁੱਤਰਾਂ ਦੇ ਮੂੰਹ ਵਿੱਚ ਆਣ ਕੇ ਕਈ ਤਰ੍ਹਾਂ ਦੇ ਪਾਪ ਕਰਦਾ ਹੈ। ਲੋਕਾਂ ਦੇ ਧੀਆਂ ਪੁੱਤਰਾਂ ਦੀਆਂ ਗੁਰਦੀਆਂ ਖੋਹ ਕੇ ਆਪਣਾ ਘਰ ਭਰਨਾ ਚਾਹੁੰਦਾ ਹੈ। ਪਰ ਬਾਣੀ ਨੇ ਸਾਨੂੰ ਵਾਰ-ਵਾਰ ਸੁਚੇਤ ਕੀਤਾ, ਤੇਰੇ ਤੋਂ ਪਹਿਲਾਂ ਵੀ ਬੜੇ ਆਏ ਨੇ, ਰਾਮ ਗਓ, ਰਾਵਣ ਗਓ, ਜਾਦੂ ਬਹੁ ਤਲਵਾਰ, ਕਹੋ ਨਾਨਕ ਕਿਛ ਫਿਰ ਨਹੀਂ ਸੁਪਨੇ ਜੂ ਸੰਸਾਰ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਸ਼ਾਦ ਵਿਖੇ ਬਿਖ ਖਾਹੇ, ਮਾਇਆ ਮੂਹ ਧਰਮ ਤੇ ਭੁੱਲੇ, ਸੁਖ ਦਾਰਾ ਸੁਪ੍ਰੀਤ ਲਗਾਏ, ਇੱਕ ਉੱਤਮ ਪੰਥ ਸੁਣੋ ਗੁਰ ਸੰਗਤ। ਹੁਣ ਦੇਖੋ ਉਸ ਸਾਰੇ ਤੋਂ ਬਚਣ ਦਾ ਤਰੀਕਾ ਕੀ ਹੈ, ਉਹ ਹੈ ਸੰਗਤ। ਜਦੋਂ ਆਪਾਂ ਗੁਰੂ ਕੋਲ ਆਣ ਕੇ ਬੈਠਦੇ ਹਾਂ ਨਾ, ਦੇਖੋ 2 ਖੁਰਾਕਾਂ ਨੇ। ਇੱਕ ਹੈ ਸਾਡੇ ਤਨ ਦੀ ਖੁਰਾਕ, ਜਿਹੜਾ ਪ੍ਰਸ਼ਾਦਾ ਆਪਾਂ ਰੋਜ਼ ਛਕਦੇ ਹਾਂ। ਦੂਸਰੀ ਹੈ ਸਾਡੇ ਮਨ ਦੀ ਖੁਰਾਕ। ਅੱਜ ਦੇਖੋ ਹੋਇਆ ਕਿ ਤਨ ਦੀ ਖੁਰਾਕ ਤੇ ਆਪਾਂ ਲੋੜ ਅਨੁਸਾਰ ਲੈ ਰਹੇ ਹਾਂ, ਪਰ ਜਿਹੜੀ ਮਨ ਦੀ ਖੁਰਾਕ ਹੈ ਨਾ 600 ਗੁਣਾ ਵੱਧ ਆਪਾਂ ਅੱਜ ਲੈ ਰਹੇ ਹਾਂ। ਅੱਜ ਜਿੰਨੇ ਵੀ ਸਮਾਜ ਵਿੱਚ ਆਪਾਂ ਵਿਚ ਰਹੇ ਹਾਂ, ਹਰੇਕ ਬੰਦਾ ਹੱਥ ਵਿੱਚ ਮੋਬਾਈਲ ਫੜ ਕੇ ਬੈਠਾ ਹੈ, TV ਨਾਲ ਜੁੜਿਆ ਹੋਇਆ ਹੈ। ਜਿਹੜੇ ਗਿਆਨ ਦੇ ਸਰੋਤ ਨੇ ਅੱਜ 600% ਵੱਧ ਆਪਾਂ ਗਿਆਨ ਇਕੱਠਾ ਕਰ ਰਹੇ ਹਾਂ, ਉਹ ਗਿਆਨ ਜਿਹਦਾ ਸਾਨੂੰ ਜੀਵਨ ਵਿੱਚ ਕੋਈ ਲਾਭ ਨਹੀਂ। ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਜੋ ਕੁਝ ਮੋਬਾਈਲ ਤੇ ਦੇਖ ਰਿਹਾ ਹੈ, ਉਹਦਾ ਉਹਦੀ ਜੀਵਨ ਨਾਲ ਕੋਈ ਸੰਬੰਧ ਨਹੀਂ। ਪਰ 600% ਵੱਧ ਆਪਾਂ ਉਹ ਚੀਜ਼ਾਂ ਦੇਖ ਰਹੇ ਹਾਂ ਜਿਹੜੀਆਂ ਮੇਰੇ ਮਨ ਨੂੰ ਮਾੜੀ ਖੁਰਾਕ ਦੇ ਰਹੀਆਂ ਨੇ, ਜਿਹਦੇ ਕਰਕੇ ਮੇਰਾ ਮਨ ਟਿਕ ਨਹੀਂ ਰਿਹਾ। ਗੁਰਬਾਣੀ ਸੰਗਤ ਵਿੱਚ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ। ਪਰ ਸਤਿਗੁਰੂ ਕਹਿਣ ਲੱਗੇ, ਇੱਕ ਅਰਦਾਸ ਭਾਟ ਕੀਰਤ ਕੇ ਗੁਰ ਰਾਮਦਾਸ ਰਾਖੋ ਸ਼ਰਨਾਈ। ਕਹਿੰਦੇ ਕਿ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਕਿ ਮਾਲਕਾ ਕਿਰਪਾ ਕਰਕੇ ਰੱਖ ਲੈ, ਕਿਉਂਕਿ ਜੀਵਨ ਉਹਦੀ ਸਭ ਤੋਂ ਅਨਮੋਲ ਦਾਤ ਹੈ। ਇਸ ਮਾਲਕ ਨੇ ਕਿਰਪਾ ਕੀਤੀ ਕਿ ਜਾਨ ਦੀ ਸੁਭਾਣਾ ਤਾਂ ਜੁੜਿਆ, ਪਰਿਵਾਰ ਭਲਾ ਪਾਇਆ, ਨਿਵ ਛੁੱਟ ਕੇ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਸ ਮਾਇਆ ਦਾ ਅਜਿਹਾ ਪ੍ਰਭਾਵ ਜੀਵਨ ਤੇ ਪਿਆ
कि परमेश्वर का नाम हो गया। दिवाली की रात मालिक के नौकर दोनों दीवे जगा रहे। मालिक भी बड़ा खुश है, नौकर भी बड़ा खुश है। नौकर दीवे में घ्यू पा पा के मालिक को दे रहे हैं। ਹੁਣ ਜਦੋਂ ਮਾਲਕ ਨੂੰ ਦੀਵੇ ਜਗਾ ਰਿਹਾ ਤੇ ਅਚਾਨਕ ਇੱਕ ਦੀਵਾ ਨੌਕਰ ਦੇ ਹੱਥ ਵਿੱਚੋਂ ਛੁੱਟ ਗਿਆ ਤੇ ਮਾਲਕ ਨੇ ਉਸ ਨੌਕਰ ਨੂੰ ਖਿੱਚ ਕੇ ਇੱਕ ਚਪੇੜ ਮਾਰ ਦਿੱਤੀ। ਕਹਿਣ ਲੱਗੇ ਤੈਨੂੰ ਦਿਖਦਾ ਨਹੀਂ, ਧਿਆਨ ਨਾਲ ਕੰਮ ਕਰ ਤੂੰ ਇੱਕ ਦੀਵਾ ਤੋੜਤਾ। ਸਵੇਰ ਹੋਈ, ਦੀਵਾਲੀ ਦੀ ਰਾਤ ਲੰਘੀ ਤੇ ਉਹ ਨੌਕਰ ਵੀ ਦੇਖ ਰਿਹਾ ਗਲੀਆਂ ਵਿੱਚ ਹਜ਼ਾਰਾਂ ਦੀਵੇ ਰੋਂਦੇ ਫਿਰ ਰਹੇ ਨੇ। ਜਿਹੜੇ ਦੀਵੇ ਰਾਤੀ ਮਾਲਕ ਜਗਾ ਰਿਹਾ ਸੀ ਉਹ ਦੀਵੇ ਵੀ ਹੁਣ ਤਾਂ ਚੁੱਕ ਕੇ ਇੱਧਰ ਉੱਧਰ ਲੈ ਕੇ ਜਾ ਰਹੇ ਨੇ। ਉਹ ਦੀਵੇ ਵੀ ਰੋਂਦੇ ਪਏ ਤੇ ਉਹ ਨੌਕਰ ਮਾਲਕ ਦੇ ਕੋਲ ਗਿਆ, ਬੜੇ ਪਿਆਰ ਨਾਲ ਪੁੱਛਿਆ। ਕਹਿਣ ਲੱਗਾ ਮਾਲਕ ਜੀ, ਰਾਤੀ ਮੇਰੇ ਕੋਲ ਇੱਕ ਦੀਵਾ ਟੁੱਟ ਗਿਆ, ਤੁਸੀਂ ਮੇਰੇ ਖਿੱਚ ਕੇ ਥੱਪੜ ਮਾਰ ਦਿੱਤਾ, ਗੁੱਸੇ ਵਿੱਚ ਆ ਗਏ, ਕ੍ਰੋਧ ਵਿੱਚ ਆ ਗਏ। ਆ ਦੇਖੋ ਹੁਣ ਹਜ਼ਾਰਾਂ ਦੀਵੇ ਰੋਂਦੇ ਪਏ ਨੇ। ਮਾਲਕ ਨੇ ਘੁੱਟ ਕੇ ਗੱਲ ਰੱਖਣੀ ਵਿੱਚ ਦਵਾਇਆ। ਕਹਿਣ ਲੱਗਾ ਪੁੱਤ, ਗੱਲ ਦੀਵਿਆਂ ਦੀ ਨਹੀਂ, ਜਿਹੜਾ ਦੀਵਾ ਤੂੰ ਰਾਤੀ ਤੋੜਿਆ ਸੀ ਉਸ ਦੀਵੇ ਨੇ ਅਜੇ ਜਗਣਾ ਸੀ। ਆ ਜਿਹੜੇ ਰੋ ਰਹੇ ਨੇ ਤੇ ਜਗ ਚੁੱਕੇ ਨੇ। ਦੇਖੋ ਜਾਣਾ ਤੇ ਆਪਾਂ ਸਾਰੇ ਹੈ, ਪਰ ਜੇ ਆਪਾਂ ਆਪਣੇ ਜੀਵਨ ਦੇ ਕਾਰਜ ਸਵਾਰ ਕੇ ਜਾਵਾਂਗੇ, ਆਤਮਿਕ ਤੌਰ ਤੇ ਜਗ ਕੇ ਜਾਵਾਂਗੇ, ਜਿਨ੍ਹਾਂ ਨੂੰ ਸਿਮਰਨ ਬਾਣੀ ਵਿੱਚ ਕਿਹਾ ਕਿ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਹਨ ਚਾਨਣ ਉਹ ਸੋਖਿਆ ਕੀਤਾ ਜਬ ਸੋ ਮੇਲ। ਔਰ ਆਪਾਂ ਵੀ ਜਤਨ ਕਰੀਏ। 5 ਮਿੰਟ ਦਾ ਸਮਾਂ ਬਾਕੀ ਹੈ। ਇੱਕ ਛੋਟੀ ਜਿਹੀ ਬੇਨਤੀ ਕਰਕੇ ਸਮਾਪਤੀ ਕਰਾਂ। ਇੱਕ ਸਰਕਾਰੀ ਅਧਿਆਪਕ ਪਿੰਡ ਵਿੱਚ ਮਰਦਮਸ਼ੁਮਾਰੀ ਕਰਨ ਵਾਸਤੇ ਗਿਆ, ਕਿਉਂਕਿ ਅੱਜ ਇਹ ਵੀ ਇੱਕ ਸਾਡੇ ਜੀਵਨ ਦਾ ਦੁਖਾਂਤ ਬਣ ਗਿਆ ਕਿ ਪੰਜਾਬ ਦੀ ਉਹ ਧਰਤੀ ਜਿਹਨੂੰ ਆਪਾਂ ਕਹਿੰਦੇ ਹਾਂ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਇੱਥੇ ਅੱਜ ਧੜਾ ਧੜ ਬਿਰਧ ਆਸ਼ਰਮ ਖੋਲ੍ਹੇ ਜਾ ਰਹੇ ਨੇ। ਬਹੁਤ ਸਾਰੇ ਪਰਿਵਾਰ ਨੇ ਜਿਹੜੇ ਆਪਣੇ ਹੀ ਮਾਂ ਬਾਪ ਨੂੰ ਸੰਭਾਲਣ ਵਾਸਤੇ ਵੀ ਤਿਆਰ ਨਹੀਂ, ਪਰ ਸਰਦਾਰ ਬਤਨ ਸਿੰਘ ਵੱਡੇ ਭਾਗਾਂ ਵਾਲੇ ਸਨ ਕਿ ਪਰਿਵਾਰ ਨੇ ਉਹਨਾਂ ਦੀ ਬੜੇ ਚੰਗੇ ਤਰੀਕੇ ਨਾਲ ਦੇਖਭਾਲ ਕੀਤੀ। ਇਸੇ ਸਾਲ ਉਹਨਾਂ ਦਾ 100ਵਾਂ ਜਨਮ ਦਿਹਾੜਾ ਵੀ ਮਨਾਇਆ ਗਿਆ ਸੀ। ਉਦੋਂ ਵੀ ਆਪਣਾ ਹਾਜ਼ਰੀਆਂ ਭਰੀਆਂ ਸਨ। ਪਰ ਬੇਤਾਬ ਅੱਜ ਸਾਡੇ ਜੀਵਨ ਵਿੱਚ ਕੀ ਵਾਪਰਿਆ ਕਿ ਜਿਹੜੇ ਬੱਚੇ ਨੇ ਆਪਣੇ ਹੀ ਮਾਂ ਬਾਪ ਨੂੰ ਸੰਭਾਲਣ ਵਾਸਤੇ ਤਿਆਰ ਨਹੀਂ, ਉਹ ਸਰਕਾਰੀ ਅਧਿਆਪਕ ਪਿੰਡ ਵਿੱਚ ਗਿਆ ਮਰਦਮਸ਼ੁਮਾਰੀ ਕਰਨ ਵਾਸਤੇ ਤੇ ਕੀ ਦੇਖਦਾ ਜਿਹੜਾ ਬੁਢਾਪਾ ਸਾਡੇ ਘਰ ਦੀ ਸ਼ਾਨ ਹੋਣਾ ਚਾਹੀਦਾ ਸੀ, ਉਹੀ ਬੁਢਾਪਾ ਦਰ ਦਰ ਤੇ ਹੋ ਰਿਹਾ। ਤੇ ਦੇਖਦਾ ਮਰਦਮਸ਼ੁਮਾਰੀ ਕਰਦਾ ਜਦੋਂ ਸੀ ਮੈਂ ਗਲੀ ਵਿੱਚੋਂ ਲੰਘਿਆ, ਨਿੱਕੇ ਜਿਹੇ ਛਪਰੇ ਤੋਂ ਕੋਈ ਜ਼ੋਰ ਨਾਲ ਖੰਗਿਆ, ਝਾਤੀ ਮਾਰ ਜਦ ਮੈਂ ਅੰਦਰ ਸੀ ਲੱਗਿਆ, ਉਹਨੇ ਮੇਰੇ ਕੋਲੋਂ ਪਾਣੀ ਸੀ ਮੰਗਿਆ। ਨਿੱਕੀ ਜਿਹੀ ਤੌੜੀ ਗਲਾਸ ਬਾਲਟੀ ਤੇ ਛਾਬਾ ਸੀ। ਅਲਾਣੀ ਦੇ ਮੰਜੀ ਤੇ ਪਿਆ ਇੱਕ 80 ਸਾਲਾ ਬਾਬਾ ਸੀ। ਅਲਾਣੀ ਉਹ ਮੰਜੀ ਜੀ ਦੇ ਉੱਪਰ ਕੋਈ ਬਿਸਤਰਾ ਵੀ ਨਹੀਂ ਵਿਛਿਆ ਹੋਇਆ। ਤੌੜੀ ਤੇ ਗਲਾਸ ਮੈਂ ਪਾਣੀ ਦਾ ਭਰ ਲਿਆ, ਫੜ ਕੇ ਗਲਾਸ ਬਾਬਾ ਮੂੰਹ ਨੂੰ ਸੀ ਕਰ ਲਿਆ। ਪਾਣੀ ਪੀ ਕੇ ਬੋਲਿਆ ਕਿਹੜਾ ਤੂੰ ਭਰ ਦੇ, ਪਛਾਣਿਆ ਨਹੀਂ ਸ਼ੇਰਾ ਕਿਹੜੀ ਪਿੰਡ ਦਾ ਬਰਾਈ ਵੀ। ਤੇ ਬਜ਼ੁਰਗ ਪੁੱਛਦਾ ਪੁੱਤ ਮੈਂ ਤੈਨੂੰ ਪਛਾਣਿਆ ਨਹੀਂ, ਤੂੰ ਕੌਣ ਹੈ? ਕਹਿਣ ਲੱਗਾ ਬਜ਼ੁਰਗ ਡਾਕਟਰ ਸਰਕਾਰੀ ਹਾਂ, ਲੱਗੀ ਮੇਰੀ ਡਿਊਟੀ ਕਰਦਾ ਮਰਦਮਸ਼ੁਮਾਰੀ ਹਾਂ। ਮੈਂ ਤੁਹਾਡੇ ਘਰਦਾਰ ਬਾਰੇ ਲਿਖਣਾ, ਕਿੰਨੇ ਹੋ ਮੈਂਬਰ ਪਰਿਵਾਰ ਬਾਰੇ ਲਿਖਣਾ। ਸੁਣ ਕੇ ਇਹ ਗੱਲ ਅੱਖਾਂ 'ਚੋਂ ਪਾਣੀ ਆ ਗਿਆ, ਡਿੱਗਦਾ ਹੋਇਆ ਹੰਝੂ ਬਾਬੂ ਨੂੰ ਲਵਾ ਕੇ। ਜਦੋਂ ਘਰ ਦੀ ਗੱਲ ਚੱਲੀ, ਪਰਿਵਾਰ ਦੀ ਗੱਲ ਚੱਲੀ ਤੇ ਬਜ਼ੁਰਗ ਨੇ ਅੱਖਾਂ ਭਰ ਲਈਆਂ। ਹੌਸਲਾ ਜਿਹਾ ਕਰਕੇ ਫਿਰ ਬਾਬਾ ਬੋਲਿਆ, ਜ਼ਿੰਦਗੀ ਦਾ ਉਹਨੇ ਭੇਤ ਬੋਲਿਆ। ਹੁਣ ਬਜ਼ੁਰਗ ਆਪਣੇ ਬਾਰੇ ਦੱਸਦਾ ਏ। ਕਹਿਣ ਲੱਗਾ 4 ਪੁੱਤ 5 ਪੋਤੇ ਮੇਰਾ ਵੱਡਾ ਪਰਿਵਾਰ ਸੀ। ਕਿਸੇ ਵੇਲੇ ਸ਼ੇਰਾਂ ਦਾ ਦਾਤਾ ਸਿੰਘ ਸਰਦਾਰ ਸੀ। ਮਿੱਟੀ ਨਾਲ ਮਿੱਟੀ ਨੂੰ ਕਲੀਆਂ ਕਮਾਈਆਂ ਨੇ, ਪੈਰਾਂ ਦੀਆਂ ਦੇਖ ਸ਼ੇਰਾਂ ਪੱਟੀਆਂ ਦਵਾਈਆਂ ਨੇ। ਕਰ ਕਰ ਕੰਮ ਹੱਥਾਂ ਦੀਆਂ ਮਿੱਟੀਆਂ ਲਕੀਰਾਂ ਨੇ, ਪੁੱਤ ਪੋਤਿਆਂ ਨੂੰ ਬਣਾ ਦਿੱਤੀਆਂ ਜਗੀਰਾਂ ਨੇ। ਗੋਡੇ ਮੋਢੇ ਮੇਰੇ ਜਦੋਂ ਦੇ ਕੇ ਜਵਾਬ ਸੀ, ਪੁੱਤ ਮੇਰੇ ਉਦੋਂ ਕਰਨ ਲੱਗੇ ਹਿਸਾਬ ਸੀ। ਖੇਤ ਘਰਦਾਰ ਸਾਰਿਆਂ ਦਾ ਮੁੱਲ ਪੈ ਗਿਆ, ਤੇਰਾ ਉਹ ਬਾਬਾ ਅਣਮੱਲੇ ਰਹਿ ਗਿਆ। ਕਹਿਣ ਲੱਗਾ ਪੁੱਤਾਂ ਜ਼ਮੀਨ ਵੰਡ ਲਈ, ਧਨ ਵੰਡ ਲਿਆ, ਪਰ ਦੋਵਾਂ ਵਿੱਚੋਂ ਪਿਓ ਨੂੰ ਸਾਂਭਣ ਵਾਸਤੇ ਕੋਈ ਤਿਆਰ ਨਾ ਹੋਇਆ। ਜੀਵਨ ਸਾਥਣ ਮੇਰੀ ਛੱਡ ਅੱਗ ਵਿੱਚ ਘਾਰ ਗਈ, ਥੋੜਾ ਚਿਰ ਹੋਇਆ ਪੁੱਤਾਂ ਸਵਰਗ ਸੁਧਾਰ ਗਈ। ਜੇ ਮੈਂ ਗੱਡੇ ਬੋਲਿਆ ਕਿ ਗੱਡੀਆਂ 'ਚ ਬਹਿੰਦੇ ਨੇ, ਸਾਡੇ ਹੁਣੇ ਵਿੱਚ ਕੀਤਾ ਲੋਕਾਂ ਕੋਲ ਜਾਂਦੇ ਨੇ, ਕੋਠੀਆਂ 'ਚ ਕੱਦ ਮੰਜਾ ਵਿਹੜੇ ਵਿੱਚ ਰਹਿ ਗਿਆ। ਨੱਥਾ ਸਿੰਘ ਸਰਦਾਰ ਅੱਜ ਨੱਥਾ
थां थोड़ा रह गया। हुण पिंड की पंचायत इकट्ठी हुई, रिश्तेदार इकट्ठे हुए, लोक लज्जा कोलों डर गल एक मन ली, महीना भी ना सामण की जमानतदारी बन गई। 4 पुत ने कहने कि बापू तेन बहुता तो नहीं सामभ सकते, एक एक महीना सामभ लिया करांगे, एक महीने बाद तू दूसरे पिंड के घर चले जाया करी, लोक लज्जा कोलों डर गल एक मन ले, महीना महीना सामण में जमानतदारी बन गई। 30 ते 31 का फिर पंगा पै गया। मार्च मई वाले कहते जोड़ा एक दिन वध रह गया। अज पीर का एक दिन वध रहना घाट लगता है। एक ये हालात साढ़े घर क्यों बनते जा रहे हैं, क्योंकि जोड़ा गुरबाणी का सिद्धांत से पढ़ी तो जाने किसर गई सब पाठ कराई, जब कोई साध संगत नहीं पाई, कितने भाई कन्हैया दुश्मनों के मूँह में भी पानी पैदा है। कितने अज साडियां अपनियां मतावां, साडे अपने ही बुजुर्ग अपने ही घर में रहने वास्ते तरसते हैं। तो नरेंद्र सिंह कपूर एक तो लिखते हैं कि पिता जानता है मैं रह रहा हाँ पुत्रों के घर में, पर उस तरह नहीं जिन्हें पुत्र रहिंदे सी मेरे घर में। जब बच्चा प्यो के घर में रहिंदा अपनी मां नाल रहिंदा है, पर देखो जिदन पुत कोठी पा लैंदा प्यो नूं रखदा तो जरूर है, पर जे किते बापू दुगड़े पैर लौके अंदर आ गए तो नौवां उस वेले झिड़क दिंदियां ने। धन गुरु ग्रंथ साहिब महाराज उस विछड़ी हुई आत्मा को सिर ते मेहर प्रयास रखना, बापू बख्ता सिंह नूं अपने चरणों में निवास बख्शना, पिछू परिवार को धन मनण का बल कुछ बख्शना, तो साडी भी सारिआं दी गुरु के चरणों में कोई अरदास, गुरा एक दे बुझाई सबना दीना का एक दाता सुन विसर न जाए, दोनों सजन असीसड़ियां जो होवे साहिब सुनोड़ आप बाणी में जुड़िए, अपने धियां पुत्रां नूं बाणी में जोड़िए, रोज पढ़दियां आज्ञा पई अकाल की, तबे चलाओ पंथ सब सिखन को हुक्म है गुरु मानो ग्रंथ। एक बिना गुरु नूं पढ़िया आपां गुरु ग्रंथ नहीं बन सकते। एक दिन वास्ते असीं बठिंडे इलाके में गए तो उत्थे एक शहर पैंदा मुड़के, उत्थे प्रचारक सिंह ने भाई सतनाम सिंह कंदड़ उन्होंने नशा छुड़ाऊ केंद्र खोलिया हुआ है, उत्थे जाने का मौका मिला तो उन्होंने कोल तकरीबन 110 तो ज़्यादा नौजवान जिहड़े सन उत्थे नशा छड्डण वास्ते आए हुए सन। अज देखो जदों आपां बाणी नूं प्रॉपर जीवन में नहीं वसाउंदे तो वो विखा रहे सन कि बहुत सारे ऐसे परिवार सन जिन्होंने आम अंडे डाटे की पहल नहीं हुई है, पर उसके बावजूद भी उन्होंने बच्चे उस बाइबल में फस गए। तो जो असीं चाहुंदे हां अपने जीवन को सवारना, धन गुरु ग्रंथ साहिब महाराज की बाणी नाल जुड़िए, बाणी को अपने जीवन का आधार बनाइए। तो सतगुरु कहंदे मैं तेरे नाल वादा करदा, जे तू गुरु का बन जावेगा, गुरु के उपदेश में जीवन में वसा लवेगा, सतगुर आयो शरण तुहारी, मिलै सुख नाम हर सोदा चिंता नाहि भावे। सतगुर साडियां भी सारियां चिंतावां दूर करना, गुरमत विचारां की सांझ करदा, दुनिया अनेकां प्रकार ਦੀਆਂ गलतियां बख्श लैणियां। अंत विच बुलाओ फतेह। वाहिगुरू जी का खालसा वाहिगुरू जी की फतेह। राम करी महला पूजा आनंद ओंकार सतगुर प्रसाद आनंद कया गुरदाय सतगुरु ने पाया सतगुरु का पाया सहज सुखी मन दिया वाइया। राग रतन परिवार पत्निया शब्द का बनिया शब्दों का जो हरि तेरा मन जिनी बसाया, कह नानक नंद हुआ सतगुरु ने पाया। मन तेरे तू सदा रहो हर नाले, हर नाल रहो तू मन मेरे, रूप सब विसारना करो करी तेरा कारज सब सुधारना। सबना गला सुमरा सुआमी सो करो विसारी, कह नानक मन मेरे सदा रहो हर नाले। साची साहिबा कहना ही कर तेरा, करता तेरे सब कुछ जिस दिन ही सोकार। सदा सिद्ध को सदा तेरी नाम मन वसावे, नाम मुझके मन वसावे जी शोक मेरे। कह नानक तुमरी साहिब कहना ही कर तेरा, साचा ना बुरा दारू सपना मेरा बना कृष्णा सब गोवैया।
कर शांत सुख मन रसूला गुरशा संतु गैया सदा गुरबान गुरु गुरुदत्तो जिसने गुरुमैया कह आन कसो संतोष कर उपवार साचा नाम गुराया वादी पंचद कर सदा शब्द वादी काला वितर पाया पंचदो तुगवास कीर्ति काल पंचक मारिया तुरंता तुझको सुना हर लागे कह नानक कै सुख हुआ एक कार्य भगवानी आनंद सुनो वदता गुरु सगल मनोरथ पूरे उतरे सगल सूरे संताप करे सुनी सची गाय संत साजन करे ससे पूरे गुरते निरवंत नाथ गुरु चरण लागे सुनते पुनीत कहते भगत सतगुर पूरे गुणवंत नाथ गुरु चरण लागे तुम ठाकुर तुम पैरदास। एक ओंकार श्री वाहिगुरु जी की फतेह। श्री भक्ति जी सहाय वार श्री को की बादशाही दसवीं को गुरु नानक लेके आए फिर अमृत के मरदास रामदास सहाय अर्जुन हर गोविंद श्री हर राय श्री हर कृष्ण यश संत जाए तेग बहादुर सिमरिया घर नौने दावा सहाय सत्संग होए सहाय धन धन दसम पातशाह साहिब श्री गोबिंद सिंह महाराज दो जहां दे वादी अमृत के दाते सत्संग होए सहाय दसां पातशाहों के आत्मक स्वरूप गुरगद्दी पे विराजमान धन श्री गुरु ग्रंथ साहिब जी महाराज और की बाणी आई तन सगली चिंत मिटाई उन्होंने पुत्र पाठ दर्शन दीदार वाल ध्यान करके खालसा साहब बोलो जी आप जी दे साजे निवाजे पंज प्यारे चार साहिबजादे 40 मुक्ते जिन्हां गुरमुखां प्यारियां हस्तियां जपियां सतियां नाम जपिया वंड के छकिया देव चलाई देव वाले धर्म वास्ते सीस दिते कर करियां से कड़े भगवान सदाए कुटुंबियां देगा में बैठे सारियां नाल शरीर कराए कुटुंबियां दुहाइयां जिन्हां बीबियां ने जेठ अंदर मासूम बच्चे शहीद करा के ढोलियां में पवाए जेदियां सेठ पवाए सवा सवा मन बच्चे खाने खाने प्रसादियां ते घुट पानी से कई रोज वास्ते गुजारे कीते अति बलता धर्मना हारिया सिक्की सरल के स्वास्थ्य सब निभाया बीबियां भंगी सिंगा समूह शहीद सिंघां ने महान कमाई का ध्यान करके खालसा का सबक गुरुद्वारे मूर्ति पंजा जी के दर्शन दिलावर ध्यान करके खालसा नाम दान पंक्तियां करदे होंगे धर्म का जयकार खालसा जी के बोलबानी खालसा साहब बोलो जी वाहेगुरु 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 ननकाना साहब श्री पंजाब साहब बहुत गुरुद्वारियां को धामां ਇਹਨਾਂ ਤੋਂ ਪੰਥ ਨੂੰ ਛੋੜਿਆ ਗਿਆ ਉਹਨਾਂ ਦੇ ਕੁੱਤੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਇਹ ਨਿਮਾਣਿਆਂ ਦੇ ਮਾਣ ਨੇ ਕਾਣਿਆਂ ਦੇ ਕਾਣ ਯੋਗਿਆਂ ਦੀ ਖੋਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਤਮਿਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
दोए कर जोड़ कर अरदास करता है मैं रास मैं काम की बात है मेरे स्वामी मैं सजा के सरदार मैं होता और माही जिस पैकर हम बेनती मेरा दुख तो तेरे पास से माता के पास का गरीब नवाज आज करना बात के लिए जोड़ी है आप करते हैं सेवक भाई बतन सिंह जी और जनाब सच्चे पातशाह आपके साथ अनुसार आपके करना जब जाके सच्चे का पार कराना चाहिए उन्होंने ग्रह विचे आपकी पुत्र गुरबाणी को की बाणी अपनी आत्मा का कारण करवाया सी आज हो पे संत गुरद्वारा साहब विच संदाल साहब के आप पुत्र गुरबाणी और बाणी में कितना होए हैं विचार होई है सच्चे पातशाह बाणी करदियां आपकी हाजिरी करदियां बेआन प्रकार दी भुलां गलतियां हो गईं भुलां गलतियां दी मुआफी बख्शी भला वास्ते शुद्ध बाणी करन की सेवा करनी समापन करनी गुरु नेड़ों आई हुई संगत की हाजिरी ते फल चढ़ावां प्रवान करदियां सच्चे पातशाह जी के समूह कीर्तन ते आत्मन हुई श्री संपदा की बाणी का खड़ा देश भाई बतन सिंह जी की आत्मा को पहुँचाना इन्होंने आत्मा अपने चरणों में निवास करना उन्होंने परिवार उसका मतलब सच्चे पातशाह जी आपके बच्चों को खजानिया गुरद्वारा साहब वास्ते इस गुरद्वारा साहब से 10,000 रुपये संत सिंह जी गुरद्वारा साहब वास्ते 10,000 रुपये शमशान भूमि वास्ते 5,000 रुपये सकूल वास्ते 5,000 रुपये पिछड़ वाले बाबा जी के वास्ते 5,000 रुपये उसके बाद जाने सेवकों के पुत्र ये माया भेटा करते हैं जाने पर उनका ने एक सेवा का सलाह दे भाई बतन सिंह की आत्मा पहुँचाना सच्चे पातशाह सेवका मतलब आप जी हजूर लंगर श्री कड़ा तथा जेब हाजर है हम लाभ भोग हर लाए आप जी का सीख प्रसाद साध संगत करने लायक होवे जो जी आप जी का सीख प्रसाद सके तो आप जी का वाहेगुरु नाम लगे सच्चे पातशाह सेवक आप जी सतत इलाका करते हैं आप उनकी कार करो सिखां दे लोग से लोग में करते करने सच्चे पातशाह जी भाई भाई की आत्मा अपने चरणों में निवास करना कहना सुनना को प्राप्त करना सच्चे पातशाह जी आई हुई समुद्र की हालत प्रदान करनी जो जी अब तक से आवे सदा वास्ते पसंद आवे नानक नाम लड़ी का तेरे खाने बोले चरण कमल के
ਗੁਣ ਭੈ ਨਾਲੇ ਗੁਰੂ ਨਾਨਕ ਰੱਬ ਗੁਰ ਕਰਨਾ ਤਤ ਗਿਆਨ ਹੋਗਾ ਭਈਆ ਇੱਕ ਹਰ ਕਰੇ ਰਾਂਝੋ ਰਾਮ ਮਿਲਿਆ ਕੋਈ ਨਾ ਸਾਚਾ ਕੋਈ ਨਾ ਹਰ ਕਰੇ ਰਾਂਝੋ ਜਿਸਮਾ ਦੇਖਾ ਜਿਸਮਾ ਹੋਈਆ ਜਿਸਮਾ ਲੰਮੀ ਉਮਰ ਵਿੱਚ ਬਹੁਤ ਬਿਮਾਰੀਆਂ ਮੱਲਾਂ ਮਾਰੀਆਂ ਵਧੀਆ ਜ਼ਿੰਦਗੀ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾਣ ਵਾਲੇ ਹਨ। ਮੈਂ ਬੇਨਤੀ ਕਰਾਂਗਾ ਮਾਸਟਰ ਨਿਰਮਲ ਸਿੰਘ ਜੀ ਸਰਪੰਚ ਵਾਧੂਪੁਰ ਸੋ ਸਟੇਜ ਦੀ ਕਾਰਵਾਈ ਜਿਹੜੀ ਸੀ ਉਹ ਮਾਸਟਰ ਨਿਰਮਲ ਸਿੰਘ ਨੂੰ ਦੇਣੀ ਸੀ, ਉਹ ਕਿਸੇ ਕਾਰਨ ਨਹੀਂ ਪਹੁੰਚ ਸਕੇ। ਸੋ ਇਸ ਪਰਿਵਾਰ ਬਾਰੇ ਮੈਂ ਥੋੜਾ ਜਿਹਾ ਚਾਨਣਾ ਪਾ ਦਿਆਂ। ਸਰਦਾਰ ਕਾਬਲ ਸਿੰਘ ਦੇ ਪਰਿਵਾਰ ਵਿੱਚ 3 ਬੇਟੇ ਸੀ, ਉਹਨਾਂ ਦੇ 2 ਭੈਣਾਂ। ਸਰਦਾਰ ਬਤਨ ਸਿੰਘ ਜੀ, ਸਰਦਾਰ ਰਸਨ ਸਿੰਘ ਜੀ, ਸੰਤ ਜੋਗਿੰਦਰ ਸਿੰਘ ਜੀ। ਸੰਤ ਜੋਗਿੰਦਰ ਸਿੰਘ ਜੀ ਨੇ ਬ੍ਰਹਮਚਾਰੀ ਜੀਵਨ ਅਪਣਾਇਆ, ਅਖੀਰ ਤੱਕ ਗੁਰੂ ਕਰਦੇ ਉਹ ਗੁਰੂ ਚਰਨਾਂ ਵਿੱਚ ਜਾਨ ਵਾਜੇ। ਇਹ ਪਰਿਵਾਰ ਦਾ ਆਪਸੀ ਪਰਿਵਾਰ ਪਿਆਰ ਸਦਕਾ ਸਰਦਾਰ ਬਤਨ ਸਿੰਘ ਦੇ ਨੇ ਆਪਣੇ ਪਰਿਵਾਰ ਦੀ ਬੱਚਿਆਂ ਨੂੰ ਵਧੀਆ ਤਾਲੀਮ ਦਿੱਤੀ, ਬੇਟੀਆਂ ਨੂੰ ਪੜ੍ਹਾਇਆ, ਸਾਰੇ ਆਪੋ ਆਪਣੇ ਘਰ ਹੀ ਸੁਖੀ ਵਸ ਰਹੇ ਨੇ। क्या जाना क्यों मरेंगे कैसा मरना है, जेकर साहिब मनो ना विसरे तो सहला मरना। जिन्हां दी लगन रब नाल लग जाती है वो फिर मौत जिहड़ी है उन्हां दी बड़ी सहज तरीके दे नाल हुंदी है। जिवें कि सरदार बतन सिंह जी
साडे को गए हैं। मैं बेनती करांगा, समा काफ़ी हो गया, मौसम भी खराब है। साडे को साबका MLA मास्टर जोर सिंह जी, प्रधान गुरुद्वारा कलूतारा साहब जी वो पहुंचे ने। मैं उन्होंने बेनती करांगा वो आके चंद शब्द तुहाडे नाल साझे करनगे जी। मास्टर जोर सिंह जी। वाहिगुरू जी का खालसा, वाहिगुरू साहिब सतगुरु गुरु ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੁਰਤਿ ਹਜ਼ੂਰੀ ਵਿੱਚ ਸੰਤਾਂ ਮਹਾਂਪੁਰਸ਼ਾਂ ਦੇ ਤਪ ਸਥਾਨ ਤੇ ਜੁੜੀ ਪਿਆਰੇ ਸਾਧ ਸੰਗਤ ਜੀ ਸਾਰੇ ਮਿਲ ਕੇ ਪ੍ਰਭੂ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਹਿਬ ਵਤਨ ਸਿੰਘ ਦੇ ਚੌਹਾਨ ਕਰਨ ਤੋਂ ਬਾਅਦ ਵੀ ਅੰਤਮ ਵਾਸ ਵਿੱਚ ਸ਼ਾਮਿਲ ਹੋਣ ਲਈ ਗੁਰੂ ਦਰਬਾਰ ਵਿੱਚ ਇਕੱਠੇ ਹੋਏ ਆ। ਉਸ ਤੋਂ ਪਹਿਲਾਂ परिवार ने वतन सिंह परिवार ने अपने विवाह के लंबी बाणी को याद प्राप्त कराए सन। भोग पैन को उपरंत गुरुद्वारा साहिब विखे संगत को सब सदा दे के निर्वाण के कीर्तनी जत्थे ने बहुत ही भावना नाल प्यार नाल शब्द कीर्तन किया। शब्द कीर्तन राही सानू सब नूं माई भाई नूं भाणा मनण दा बल बख्शिया, भाणा मनण दा तरीका दस्सिया। जो मनुष्यता है वो बारे शब्दों राही सानू जानकारी देती है। उपरंत मेरे वीर कथावाचक ने जो संसारी जीवन दी ड्यूटियां हैं, जो पंथ का हुक्म है, जो सिक्खी का सिद्धांत है, जो बाणी के बाणे के धार्मी बनने का ते गुरु चरणों से जुड़न का उद्देश है, वो सब वतन सिंह के कार चलाने से श्रद्धांजलि दिंदिया दिंदिया वतन किए हैं। असी 100 साल तो बहुत बड़ा समा गिनते, एक सदी गिनते हैं। सब वतन सिंह एक सदी साढ़े भाईचारे से साढ़े समाज साढ़े मना के राज करके गए हैं। मैं 10 साल कढ़ लवा जब बचपन से 90 साल का उन्होंने साढ़े में विचर के अपनी किरत कमाई करके अपनी सियाणप नाल सबनों नाल लैके तुर के तो सानू दस्या कि जीवन जीना किवें है। ठीक है, सिख का सिद्धांत है, बाणी का हुक्म है, पंथ का सिद्धांत है, किरत करो, नाम जपो, वंड के छको। तो गुरु के हुक्म अनुसार जो मनुख ये 3 काम करता है वो 100 साल तक जीव भी सकता है तो जिंदा भी है। वो जान लग्या किसी को आवाज़ भी नहीं मारता, उन्होंने किसी हॉस्पिटल कोई टीके लगाने नहीं पेंदे। आप देखते हैं बहुत बड़े बड़े लोग करोड़ोंपति अरबांपति, भावें वो कोई इंडस्ट्री वाले होण, भावें वो कोई पॉलिटिशियन होण, साल साल 6-6 महीने हॉस्पिटल रहे हैं।
खाए पानी पानी भी मंग होता, ना बेटा ना बेटी ना घर की ना होर कोई नेड़े है, बहुत धन है उन्होंने कोल। उन्होंने दशा असीं पढ़ी देखी है सुनी है। साहब बतन सिंह की असीं हकीकत अपने अखीं देखी है, सारिया ने रिश्तेदारां ने भैन भरावां ने। कई बार हैरानी होंदी है, जिन्होंने असीं बहुत महापुरुष गिनते हैं, संत गिनते हैं, सेवा करते कुछ देखते हैं, कई महापुरुषों का जीवन भी आखिरी समय 7 साल 6-6 महीने 2-2 साल मंजे पर रहा है। पता नहीं गुरु का कलपुरख का तौर तरीका नापण का मिलने का की है, समझाने का की है, वही जानता है। पर जो असीं महसूस करते असीं कहने जे बंदा बीमार है तो दुखी है, ये बंदा ठीक है, वो कर्म ठीक है, वो काम ठीक है। जिन्हें साढ़े सकत्तर साहब कह रहे सन सर काबुल सिंह के पुत्र, मैं इस तो थोड़ा पिछे जाना। सर बतन सिंह घराने के पुत्र सन, एक बहुत बड़े परिवार के बच्चे सन, और उस बड़े परिवार को उस परिवार को नाल लैके अपने बाबे को परदादे को लैके उन्होंने पीढ़ी दर पीढ़ी जी सोच सी, जोड़ा उन्होंने खून में मिलया, विरसे च मिलया, भड़पण वो लैके अपने समाज च विचरे, सेवा की, नौकरी की। नौकरी तो बाद नौकरी करदे रिश्ते च अपना सहुरा परिवार, बड़ा बड़ा परिवार है, भोलियां वाला परिवार, पेके परिवार भी नाल है, सहुरा परिवार भी नाल है, फिर बच्चे है, बच्चों के रिश्ते किए हैं, बड़ा परिवार है, बच्चों का कुड़मा जारी है, बेटियों की शादी की है, और सारिया बेटियां सारे जवाई, बहुत बड़ा परिवार है। एडा बड़ा परिवार है कि गिण लग्या औखा हो जाता गिणना। पूरा सारे परिवारों को भावें वो धीआं ने, भावें वो जवाई ने, भावें वो पुत्र ने, भावें वो सर रघुवीर सिंह वर्गे कुड़म ने, उन्होंने हथों में चक के रखा। किसी को कोई लामा तो किसी ने कोई मेड़ा नहीं कि मैनू घट दिता तो मैनू वध दिता, जां मैनू दे नहीं रहे। सानू अजिहे मनुखों के जीवन तो सेध लैनी चाहिए। सानू पढ़ना चाहिए कि एडा बड़ा परिवार ते सारा अज भी नाल है, कल भी नाल सी, ते आखिरी समय हौली जी साह लिया, हवा हवा चल गई, पता ही कोई नहीं। बहुत वधिया तरीके नाल उन्होंने समय के ढुकवें अनुसार शब्द पढ़ के साडे मन जिहड़े ढहंदे मन जिहड़े आ उन्होंने थंम देने की कोशिश की आ। उस तो उपरंत साडे कथावाचक भाई साहब उन्होंने गुरु का होगा दिता, जिहड़ा अज हर एक सिख नूं देना चाहिए। अज समा इहो जिहा बन गया, मानयोग डॉक्टर साहब डॉक्टर शेर सिंह जी गुरदासपुर तकरीबन हर रोज़ हर पिंड में जाके ते सिक्खी का मौका देते हैं। और ये गल आम तो कहते हैं कि अज साडे सिखां दे विचों ग्रंथी सिंह जां कीर्तनीय जां कथावाचक बनना जिहड़ा वो कोई मुनासिब नहीं समझता। क्यों नहीं समझता? क्योंकि अज भावें कोई बड़े राइस परिवार के विचों होवे, वो बड़ा रंगिया पुजिया होवे, ते जे उहदे उत्तों दी कापड़ा पाया होए ना, ते उहनूं कहंदे बाबा ही आ। अज आम कहावत बन गई है साडे संसार दे विच, साडे समाज दे विच। साडे ग्रंथी सिंह जिहड़े आ उन्हां दी कदर जिहड़ी आ, जो बाबा बुढ़ा साहब नूं पहले ग्रंथी दरबार साहब ने थापिया, और उन्होंने गुरु अर्जन साहब ने बड़े चंगे तरीके नाल सारे सिख पंथ को इकट्ठे करके ते उन्होंने हैड ग्रंथी थापिया, और उन्होंने बहुत बड़ी इज्जत मान किया। फिर वो कई बार कहते होंगे कि जो फौज के कोई ग्रंथी जोड़ा गुरु घर का वजीर जोड़ा उन्होंने थापिया जाता तो उन्होंने 35-40 हज़ार रुपया तनख्वाह दी जाती है। कि जे अज अभी कोई अपने गुरुद्वारा साहब इतने ग्रंथी को रखने तो उन्होंने कहते हैं इनू अपने सारे घर के 10-10 किलो 20-20 किलो दाने दे दो,
ਇਹ ਕੋਈ ਗੱਲ ਨਹੀਂ, ਆਪਣਾ ਗੁਜ਼ਾਰਾ ਕਰ ਲੂਗਾ। ਜੇ ਵੱਧ ਤੋਂ ਵੱਧ ਹੋਊਗਾ ਤਾਂ ਉਹਨੂੰ 3000 ਰੁਪਇਆ ਤਨਖਾਹ ਦੇ ਦਿੰਦੇ ਆ। ਇਹਨਾਂ ਗੱਲਾਂ ਕਰਕੇ ਅੱਜ ਸਾਡਾ ਸਿੱਖ ਪੰਥ ਜਿਹੜਾ ਸਾਡਾ ਸਿੱਖ ਸਮਾਜ ਆ, ਸਾਡੇ ਸਿੱਖ ਬੱਚੇ ਜਿਹੜੇ ਆ ਉਹ ਸਾਡੇ ਤੋਂ ਮੁੱਖ ਮੋੜਦੇ ਜਾਂਦੇ, ਸਿੱਖ ਬਣਨ ਨੂੰ ਕੋਈ ਤਿਆਰ ਨਹੀਂ ਹੋ ਰਿਹਾ। ਇਹਨਾਂ ਗੱਲਾਂ ਦਾ ਸਾਨੂੰ ਮਾਸਟਰ ਜੋਹਰ ਸਿੰਘ ਨੇ ਬੜੇ ਵਧੀਆ ਤਰੀਕੇ ਨਾਲ ਗੱਲਾਂ ਜਿਹੜੀਆਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ, ਸਾਡੇ ਪਰਿਵਾਰਾਂ ਦੇ ਨਾਲ। ਸੋ ਇਹਨਾਂ ਗੱਲਾਂ ਦਾ ਸਾਨੂੰ ਅੱਜ ਧਿਆਨ ਰੱਖਣਾ ਪਵੇਗਾ। ਜੇ ਅਸੀਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਨਾ ਰੱਖਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਉਹ ਮਤਲਬ ਸਿੱਖੀ ਤੋਂ ਪੱਕ ਹੁੰਦੇ ਜਾਣਗੇ। ਸੋ ਮੈਂ ਬਹੁਤਾ ਲੰਮਾ ਸਮਾਂ ਇੱਧਰਲੇ ਬੰਨੇ ਨਾ ਜਾਵਾਂ। ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਮਹਾਰਾਜ ਜਿਹਨੇ ਇਹ ਰਚਨਾ ਰਚੀ ਆ, ਜਿਹਨੇ ਸਾਨੂੰ ਸਮਾਜ ਦੇ ਵਿੱਚ ਜਨਮ ਦਿੱਤਾ, ਉਹਨੇ ਆਪਣੀ ਆਪ ਹੀ ਰਾਖੀ ਕਰਨੀ ਹੈ। ਬੜੇ ਲੰਮੇ ਸਮੇਂ ਤੋਂ ਇਸ ਸਮਾਜ ਨੂੰ, ਇਸ ਸਿੱਖ ਸਮਾਜ ਨੂੰ ਥੱਲੇ ਟੇਕਣ ਦੀ ਕੋਸ਼ਿਸ਼ ਜਿਹੜੀ ਆ ਸਰਕਾਰਾਂ ਵੱਲੋਂ ਵੀ ਤੇ ਦੂਸਰੀਆਂ ਜਿਹੜੀਆਂ ਕੁਝੀਆਂ ਕੌਮਾਂ ਨੇ ਜਿਹੜੀਆਂ ਉਹਨਾਂ ਵੱਲੋਂ ਵੀ ਕੀਤੀਆਂ ਜਾਂਦੀਆਂ ਰਹੀਆਂ ਨੇ। ਪਰ ਪਰਮੇਸ਼ਰ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਕੌਮ ਜਿਹੜੀ ਆ ਇਹ ਕਿਤੇ ਜੰਮੀ ਨਹੀਂ ਹੈ, ਖਾਲਸਾ ਜੰਮਿਆ ਨਹੀਂ, ਇਹ ਪ੍ਰਗਟ ਹੋਇਆ। ਇਹਨੂੰ ਨਾ ਅੱਜ ਤੱਕ ਕੋਈ ਮਾਰ ਸਕਿਆ ਤੇ ਨਾ ਕੋਈ ਮਾਰੇਗਾ। ਇਹ ਤੇ ਜਦੋਂ ਇਹਦੇ ਸਿਰਾਂ ਦੇ ਟਕੇ ਟਕੇ ਦੇ ਮੁੱਲ ਪੈ ਗਏ ਸੀਗੇ, ਇਹ ਜੰਗਲਾਂ ਦੇ ਵਿੱਚ ਰਹਿ ਕੇ ਵੀ ਚੜ੍ਹਦੀ ਕਲਾ ਦੇ ਵਿੱਚ ਬੁਲੰਦੀਆਂ ਨੂੰ ਛੂਹੇ ਆਏ ਨੇ। ਤੇ ਬੋਟਾ ਸਿੰਘ ਤੇ ਗਰਜਾ ਸਿੰਘ ਹੋਣਾ ਨੇ ਉਦੋਂ ਵੀ ਸਿੱਖ ਰਾਜ ਜਿਹੜਾ ਉਹ ਕਾਇਮ ਕਰ ਦਿੱਤਾ ਸੀ, ਜਦੋਂ ਮੁਗਲ ਕਹਿੰਦਾ ਸੀਗਾ ਵੀ ਸਿੱਖ ਜਿਹੜੇ ਆ ਉਹ ਸਾਰੇ ਮਾਰੇ ਗਏ ਨੇ ਤੇ ਉਹਨਾਂ ਦੇ ਸਿਰਾਂ ਦੇ ਜਿਹੜੇ ਆ ਉਹ ਮੁੱਲ ਪੈ ਗਏ ਨੇ। ਸੋ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਨੂੰ ਜੇ ਸਿੱਖਾਂ ਦੇ ਘਰ ਜਨਮ ਮਿਲਿਆ ਤੇ ਅਸੀਂ ਸਿੱਖੀ ਕਮਾਈਏ, ਅਸੀਂ ਸਿੱਖ ਬਣ ਜਾਈਏ ਤੇ ਫਿਰ ਕਿਉਂਕਿ ਆਪਾਂ ਆਪਣੀ ਕੌਮ ਨੂੰ ਕਹਿ ਸਕਦੇ ਹਾਂ, ਸਾਡਾ ਹੱਕ ਨਹੀਂ ਕਿਸੇ ਨੂੰ ਕੁਝ ਕਹਿਣ ਦਾ। ਜੇ ਅਸੀਂ ਸਿੱਖਾਂ ਦੇ ਘਰ ਜੰਮੇ ਆ ਤੇ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਖੱਡੇ ਵਕਤ ਦੀ ਕੌਲ ਛਕਣ ਵਾਸਤੇ ਤੇ ਪੰਜ ਬਾਣੀਆਂ ਦੇ ਧਾਰਨੀ ਹੋਣ ਵਾਸਤੇ ਕਿਹਾ ਤੇ ਉਹ ਸਾਨੂੰ ਸਾਰੇ ਸਿੱਖ ਨੂੰ, ਸਿੱਖਣੀ ਨੂੰ, ਬੱਚਿਆਂ ਨੂੰ ਇਹ ਜਿਹੜਾ ਧਰਮ ਹੈ, ਇਹ ਜਿਹੜੀ ਸਿੱਖਿਆ, ਇਹ ਸਾਨੂੰ ਸਾਰਿਆਂ ਨੂੰ ਅਡਾਪਟ ਕਰਨੀ ਚਾਹੀਦੀ ਹੈ ਤੇ ਤਾਂ ਹੀ ਅਸੀਂ ਸਿੱਖ ਹੋਣ ਦੇ ਹੱਕਦਾਰ ਹੋ ਸਕਦੇ ਹਾਂ। ਕਹਿਣ ਨੂੰ ਆਪਾਂ ਬਹੁਤ ਜਿਹੜੇ ਇੱਥੇ ਬੈਠੇ ਹਾਂ ਬੜੇ ਸੂਝਵਾਨ, ਮੇਰੇ ਤੋਂ ਬਹੁਤ ਚੰਗਾ ਬੋਲ ਜਾਣ ਵਾਲੇ ਔਰ ਮੇਰੇ ਤੋਂ ਚੰਗੀ ਅਕਲ ਰੱਖਣ ਵਾਲੇ ਸਿੰਘ ਇੱਥੇ ਸੰਗਤ ਦੇ ਵਿੱਚ ਬੈਠੇ ਹੋਏ ਨੇ, ਪਰ ਕਹਿਣ ਨੂੰ ਅਸੀਂ ਸਾਰੇ ਸਿੱਖ ਹਾਂ। ਜਿਹਨੇ ਦਾੜੀ ਕੱਟੀ ਆ ਉਹ ਵੀ ਆਪਣੇ ਮਗਰਲੇ ਬੜੇ ਸਿੰਘ ਲਾਉਂਦਾ, ਜਿਹੜੀ ਬੀਬੀ ਨੇ ਭਰਵੱਟੇ ਜਾਂ ਕੋਈ ਹੋਰ ਕੋਈ ਕੰਮ ਕੀਤਾ ਉਹ ਵੀ ਆਪਣੇ ਮਗਰਲੇ ਬੰਦੇ ਕੌਲ ਲਾਉਂਦੇ ਆ। ਪਰ ਇਹ ਇੱਦਾਂ ਨਹੀਂ ਸਿੰਘ ਕੌਲ ਲੱਗਦਾ। ਮਹਾਰਾਜ ਨੇ ਸੀਸ ਦੇ ਕੇ ਤੇ ਇਹ ਜਿਹੜੀ ਕੌਮ ਆ ਇਹਨੂੰ ਸਾਜਿਆ ਤੇ ਜੇ ਅਸੀਂ ਉਹਦੇ ਦਿੱਤੇ ਹੋਏ ਜਿਹੜੇ ਉਹ ਸਾਨੂੰ 4 ਬੱਜਨ ਰਹਿਤਾਂ ਤੇ ਰਹਿਤਾਂ ਜਿਹੜੀਆਂ ਨੇ ਜੇ ਉਹ ਅਸੀਂ ਅਡਾਪਟ ਨਹੀਂ ਕਰਦੇ ਤੇ ਸਾਨੂੰ ਸਿੱਖ ਹੋਣ ਦਾ ਕੋਈ ਹੱਕ ਨਹੀਂ ਹੈਗਾ। ਸੋ ਇਸ ਕਰਕੇ ਅੱਜ ਅੰਤਮ ਅਰਦਾਸ ਦਾ ਸਮਾਂ। ਸੋ ਬਾਪੂ ਜੀ ਨਾਲ ਦੀ ਗੱਲ ਕਰਾਂ, ਮੈਨੂੰ ਬਹੁਤ ਸਮਾਂ ਇਹਨਾਂ ਥੋੜਾ ਸਮਾਂ ਜਿਹੜਾ ਇਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਸਾਡੀ ਬੱਚੀ ਜਿਹੜੀ ਆ ਹਰਦੀਪ, ਉਹ ਸਾਡੀ ਬੱਚੀ ਆ। ਮੈਂ ਤਕਰੀਬਨ ਜਦੋਂ ਵੀ ਆਇਆ ਇੱਥੇ ਜਾਣੇਕੋਟ ਤੇ ਇਹ ਬੱਚੀ ਨੂੰ ਬਾਪੂ ਜੀ ਨੂੰ ਪੁੱਛਦੇ ਵੀ ਤੇਰਾ ਸਹੁਰਾ ਵੀ ਆਇਆ, ਤੇਰੀ ਸੱਸ ਵੀ ਆਈ ਹੈ, ਤੇਰੀ ਨਾਲ ਤੇਰੀਆਂ ਨਨਾਣਾਂ ਵੀ ਆਈਆਂ। ਮਤਲਬ ਉਹਨਾਂ ਬਜ਼ੁਰਗਾਂ ਨੂੰ ਇੰਨਾ ਗਿਆਨ ਸੀਗਾ ਤੇ ਉਹ ਹਰ ਸਾਡੇ ਪਰਿਵਾਰ ਜਿਹੜਾ ਸਾਡਾ ਜਿੰਨਾ ਸੀ ਵੱਡਾ ਪਰਿਵਾਰ, ਜਿੱਦਾਂ ਮਾਸਟਰ ਜੋਹਰ ਸਿੰਘ ਨੇ ਕਿਹਾ, ਉਹ ਹਰ ਬੰਦੇ ਦਾ ਖਿਆਲ ਰੱਖਦੇ ਸੀਗੇ ਵੀ ਉਹ ਆਇਆ, ਉਹ ਕਿਉਂ ਨਹੀਂ ਆਇਆ, ਉਹਦਾ ਕੀ ਹਾਲ ਆ, ਉਹਦੇ ਘਰ ਦਾ ਕਿੱਦਾਂ। ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਸੀ ਕਿਉਂਕਿ ਉਹਨਾਂ ਬੜਾ ਸਮਾਂ ਵੇਖਿਆ। ਬਹੁਤ ਜਿਹੜਾ ਜਦੋਂ ਅੰਗਰੇਜ਼ਾਂ ਦੇ ਵੇਲੇ ਦੀਆਂ ਜਦੋਂ ਪੁਲਿਸ ਵਿੱਚ ਭਰਤੀ ਸੀ, ਉਹ ਕਈ ਵਾਰੀ ਉਹਨਾਂ ਨੇ ਉਹ ਗੱਲਾਂ ਸੁਣਾਈਆਂ ਵੀ ਕੋਈ ਇੱਕ ਟਾਂਗੇ ਵਾਲਾ ਸੀਗਾ, ਉਹ ਗੱਲ ਲੰਮੀ ਗੱਲ ਹੋ ਜਿਹੜੀਆਂ ਤੇ ਉਹ ਮਤਲਬ ਜਿਹੜਾ ਸੀਗਾ ਬੜੇ ਇਨਸਾਫ ਵਾਲੇ ਬੜੇ ਚੰਗੇ ਜਿਹੜਾ ਇਨਸਾਨ ਸੀਗਾ, ਉਹ ਗੱਲਾਂ ਜਿਹੜੀਆਂ ਉਹ ਸਾਨੂੰ ਦੱਸ ਕੇ ਚੱਲੇ ਜਿਹੜਾ 5-7 ਮਿੰਟ ਕਹਿਣਾ ਉਹਨਾਂ ਨੂੰ। ਸੋ ਇੱਕ ਚੰਗੇ ਇਨਸਾਨ ਦੀ ਜਿਹੜੀ ਆ ਇਸ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਨੂੰ ਤੇ ਘਾਟਾ ਪੈਂਦਾ ਹੀ ਆ, ਸਮਾਜ ਨੂੰ ਘਾਟਾ ਪੈਂਦਾ। ਸਮਾਜ ਉਹਦੇ ਕੋਲੋਂ ਸੇਧ ਲੈਂਦਾ ਚੰਗੇ ਇਨਸਾਨ ਕੋਲੋਂ ਤੇ ਚੰਗੇ ਇਨਸਾਨ ਦੀਆਂ ਸੇਧਾਂ ਜਿਹੜੀਆਂ ਨੇ
ਜਦੋਂ ਅਸੀਂ ਆਪਣਾ ਪਰਿਵਾਰ ਚੰਗਾ ਕਰਾਂਗੇ ਸਾਡਾ ਸਮਾਜ ਚੰਗਾ ਹੋਏਗਾ, ਸਮਾਜ ਚੰਗਾ ਹੋਏਗਾ ਸਾਡਾ ਪਿੰਡ ਚੰਗਾ ਹੋਏਗਾ, ਜੇ ਸਾਡਾ ਪਿੰਡ ਚੰਗਾ ਹੋਏਗਾ ਤੇ ਸਾਡਾ ਦੇਸ਼ ਚੰਗਾ ਹੋਏਗਾ। ਤੋ ਇਸ ਕਰਕੇ ਇਹੋ ਜਿਹੇ ਇਨਸਾਨ ਦੇ ਚਲੇ ਜਾਣ ਨਾਲ ਸਾਡੇ ਪਰਿਵਾਰ ਨੂੰ ਤੇ ਇਸ ਪਿੰਡ ਨੂੰ ਬੜਾ ਵੱਡਾ ਘਾਟਾ ਪਿਆ। ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਘਾਟਾ ਜਿਹੜਾ ਉਹਨਾਂ ਦੇ ਬੱਚੇ ਜਿਹੜੇ ਆ ਮੈਂ ਦੇਖਿਆ ਉਹਨਾਂ ਦੇ ਵਿੱਚ ਉਹਨਾਂ ਦੇ ਗੁਣ ਨੇ। ਸੋ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਕਰਕੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। मेरे साथ साथ सिंह जो गुरु नंबरदार जी अपना सब तो कहने पीना का बहुत बहुत धन्यवाद करते हैं। मैं आज सारी संगत का धन्यवाद करना। मैं सब तो पहला गुरु नानक जी बोल के बेटी साध संगत जी वाहिगुरू जी का खालसा वाहिगुरू जी का। समा काफी हो गया एक तो मैं बहुत धन्यवाद करना सारी संगत का जिस प्यार नाल जिस सत्कार के नाल गुरबाणी सुनी गुरमीत जी होना तो कथावाचक बड़े शांति ढंग के नाल प्रोग्राम चलिया सुनिया। ये सब तो वड्डी संगत में मैं सारिਆਂ ਦਾ एक गल धन्यवाद। अज असीं अपने ਵੱਡੇ ਕਈਆਂ ਦੇ ਸਭ ਤੋਂ ਮੇਰੀ ਭੋਗ ਸਰਦਾਰ ਰਤਨ ਸਿੰਘ ਜਿਨ੍ਹਾਂ ਦੇ ਅੰਤਮ ਅਵਤਾਰ ਵਿੱਚ ਬਹੁਤ ਸਾਰੇ ਬਹੁਤ ਹੀ ਚੰਗੇ ਰਿਸ਼ਤੇਦਾਰ ਔਰ ਸੱਜਣ ਮਿੱਤਰ ਬਹੁਤ ਦੂਰੋਂ ਮੇਲਿਆਂ ਦੂਰੋਂ ਆਏ ਨੇ ਇਸ ਗੰਦੇ ਮੌਸਮ ਦੇ ਵਿੱਚ ਕਿਉਂਕਿ ਬਰਸਾਤ ਦਾ ਵੀ ਬਹੁਤ ਬਾਹਰ ਹੋਣ ਲੱਗੀ ਆ। ਕਿਉਂਕਿ ਇਹੋ ਜਿਹੇ ਬਰਸਾਤ ਦੇ ਵਿੱਚ ਬੜੇ ਬਹਾਨੇ ਮਿਲਦੇ ਆ पर बहुत सज्जन प्यार इस परिवार के प्यार से बचे सारे आए ने अपना तय करो परिवार वालों और मैं अपने वालों बेटियां दिखाइयों तो सारे का ही बहुत बहुत सत्कार करता और प्यार करता। अज सरदार रतन सिंह जी जैन कि पोस्ट मार्क करके भेजिए ना पिछली जिंदगी भेजी है। ये तकरीबन 100 साल तो हो गया पूरा कहाँ जानते हैं। ये पूछना भाव भी दसो भर्ती कदों हुई थी जो दसो पाकिस्तान को पहला नहीं जाता सन 44 ये भर्ती हुई 80 बच्चियों की रिटायरमेंट हो गई और 80 तो ला के तुम देख लो 40 42 4 तक इन्होंने अपनी पेंशन का आनंद माणा और अपनी परिवारिक जिंदगी उस परिवार के जो इन्होंने पहले हिस्से च मिलया सी इन्होंने पूरा किया। उस तो बाद बच्चों ने अपने बाप की बनाई हुई जायदाद तो गुरु झोली बना दी। ये सिर के परिवार की लहू पिछड़ा अज जो मेरे माँ बाप इन्हों का पढ़े हाँ मास्टर जी ने दस के गए ने सारे कि बड़ा परिवार बच्चे हर एक को मिलना वरतना ये सारी जात जी आ ये सरकार रतन सिंह तो बच्चों को मिली है। मैं हम दसना चाहता कि इतने साड़ी कथावाचक गुरमीत सिंह जी दस के गए एक बाबे की कहानी बिल्कुल ठीक इस तरह का चार परसों दिया खा खट लिया जिन्हें बाबे को सामभा गिरा आया पर कम पैसे जाते वो कुछ ज्ञान जो नहीं फिर जिन्हें सिर कमल अपना पैर काम नहीं करते लत्तां टोटियां नहीं नजर खत्म हो जाती है। वो खर्च सारे परिवार का बनता जिस परिवार में उस बाबे ने पाया पोसिया पढ़ाया उस परिवार का कोई खर्च बनता कि बाबे को सामना। अज तुम कहानी सारी दसी है कि एक दिन वास्ते कोई महीना जो आता ना कट्टियां का आता कितनियां का आता वो फिर डर पाना दूजे ने कि बापू एक दिन बाद मेरे को लैके गई कर लो हिसाब मेरा
पर मैं कहना गुरमीत जी साडे इस परिवार के ये सारियां मिसालां कढ दित्तियां जिस ढंग दे नाल इन्हां बच्चों ने बापू नूं साਂਭਿਆ ਜਿਹੜਾ बच्चे ही नहीं पोतियां पोतियां ने ते नौं मैं की कहना हुण ये तो वैसे जिन्हां ने लिखिया वा एक बड़ी वड्डी मिसाल कायम करनी लगी फिर जो गुरदासपुर चल गया तो 2 दिन बाद फिर कहना मेरे नाम को लिया चलो इतने आए कि इतने 2 दिन देखना मिल चलो गुरदासपुर चलना उस वेले इन्होंने गड्डी च बिठा के लै जाना इतने आके सारे मिलना सब तो बड़ा प्यार आंदा तू बोल मैंने कहा कि मां चुकी मैं सुनिया दिता नहीं है कि किसी सरपंच का तू नहीं किया मैं क्या अभी कर देने तो सरदार भी गप्पा जप्पा मारना मुझे फोन आ जाना कि आगे उत्ते आए तो जे उन्होंने इस परिवार का देखिए सेवा मिली तो इस मिसाल बड़ी वड्डी मिसाल आ क्योंकि पंजाब के विच 100 तो वध आश्रम बन गए वृद्ध आश्रम अगे बड़ा मिसाल देगा कि बच्चे पढ़ा लिखा के अफसर बन गए तो मैं गल लंबी ना कि कोई टाइम बहुत ज़्यादा अग्री हो गया उस बच्चे जो उन्हें बड़ी मुश्किल नाल पढ़ाया अफसर बन गया ये अफसर से बड़ी घर वाली भी कोई चंगी पढ़ी लिखी नहीं वो भी आ गई उसकी बदली हो गई है दूर वो कहते भी इन्हों हम अपने बापू ना लै जाइए नहीं मानते कि बापू की चुकी करना अं बापू को करना कोई बड़ा शब्द पंज पिया 2-4 दिन सोचा नहीं गल कर नहीं बनी अज बापू को खा के कार के पूछते कि बापू कितने खाने कहते जिसे मैं नौकरी कर लिया मैं बापू का आ जाना बड़े लोग खुश तो तुम तो लियाना चाहिए उतने कार जी छिट्टी वृद्ध आश्रम खड़ी जिसे जान लगे ना कार नहीं खड़ी वृद्ध आश्रम बापू उत्थे तारिया अखा पानी चाहे पर की बेचारा करता हो जान लग्या उन जेब चो कर के कुछ पैसे देते मुझे मैं पैसे लेके भी देते ये पैसे गए वक्र रखो बापू का कितने कि हवी नवी हो गई ये पैसे जो है संस्कार वास्ते सातों नहीं आया जाना अज आ हालत है जो जी मैंने दसिया तो फिर कोई हालत है नहीं पर अज इस परिवार के सब कुछ उल्ट हो गया पर मैं थोड़ी गल लंबी ना करा पर हदायत बड़ी बंदे हदायत मेरी भी आ देखो किन्ने रोज पढ़ते हैं सुनते हैं गुरबाणी सुनते हैं सब सिक्ख्या गुरबाणी हो दी है तीजा नेक नामी जो देवा खदाए जो तीसरा तंदूर पैसा उसी बनाए गवाए गाँव के कशे भी इस्तेमाल न रहेंगे करोड़ी न देंगे अमरीन में भी जाना जमीन में भी जाना पर आज जो गल मैं कही आ तीजा नेक नाम अपने समाज में इस दुनिया में कुछ नेकी का काम करेंगे वो साडा उत्ते दर्ज होना जे हो सकता है क्योंकि बंदा तीन अवस्था होंगे बाल जवानी फिर को 3 अवस्था जाना पहली लंघ गई आ जवानी जी है एक नशा ये बंदा रब नूं मनदा ही नहीं तो तीजी में आ सिगरते आ गई बारी वो तीजी जी तारी स्टेज आनी आ वो आखदी होगी जो ये तो कोई स्टेज नहीं तो इस करके जी काम चंगा किया होएगा ये साड़ी हाजरी नहीं है उत्थे लगनी है पर अं कह दें ये जब मिठा अगला के मिठा पर गुरबाणी सानू बार बार करके जी नहीं उत्थे सब लगेगा सानू लेखा देना पैना उत्थे बड़े 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 रिश्ते रखे आ बंदिया ये गल तू ना कर क्योंकि नानक पातशाह बड़े सख्त कहा मैं आम करता रहा जावा अवध करतूत सगले जम जाना सीधी लफ्ज बोले पंजाबी बड़ी हर समझ आएगा अवध करतूत सगले जम जाना गोविंद भजन से नहीं माना हर का नाम जब तो चाहे नाम बोला शायद बात
क्योंकि चंगे काम का ये तो कुछ नहीं बोलता जनाब का इस करके मैं ना ज़्यादा कहता होया इस परिवार को फिर दोबारा सारी संगत का दूर मेरे बहुत दूरों आई रिश्तेदार आए हैं और जाना भी है लेकिन परिवार का नहीं कि प्यार को सके ये परिवार तो मैं इन्होंने बेनती करांगा हम बच्चों कि जिस ढंग के नाल तुसीं घर नूं चला रहे हो बापू ज़्यादा नहीं नहीं कर सकते और इसे ढंग नाल परिवार तेरा सारा इकट्ठा करे और अपन सभावां इस परिवार और रिश्तेदारों के नाल इनू वध मेरे कोई जरा तो इन्नियां गल्लां कहंदा होया मैं क्या ज़्यादा ध्यान देते मैं आप माफी मांगांगा दोबारा फिर सारी संगत मैं धन्यवाद के ना परिवार भी अपने और इस सारी सब तो सच्ची असीं खुश रहंदे होए वाहिगुरू जी का खालसा वाहिगुरू